ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਪਰੋਚ ਟੂ ਕ੍ਰੈਕ ਆਈਲੈਟਸ ਵਿੱਚ। ਅੱਜ ਅਸੀਂ 30th of ਅਕਤੂਬਰ ਦਾ ਮਾਰਨਿੰਗ ਸਲੌਟ 'ਚ ਜੋ ਐਸੇ ਆਇਆ ਸੀ ਉਹ ਮੈਂ ਡਿਸਕਸ ਕਰਾਂਗੀ। ਇਹ ਸਾਡੇ ਚੈਨਲ ਤੇ 8th ਐਸੇ ਹੋਏਗਾ। ਜਿਵੇਂ ਕਿ ਮੈਂ ਪ੍ਰੋਮਿਸ ਕੀਤਾ ਹੈ ਕਿ ਮੈਂ ਤੁਹਾਡੇ ਨਾਲ ਰੋਜ਼ ਇੱਕ ਐਸੇ ਡਿਸਕਸ ਕਰਾਂਗੀ। ਸੋ ਐਸ ਪਰ ਮਾਈ ਪ੍ਰੋਮਿਸ ਟੁਡੇ ਆਲਸੋ ਆਈ ਕਮ ਅਪ ਵਿਦ ਅ very new essay. Okay, so without wasting any time, let's get started. The essay is, when new towns are planned, it is important to build more public parks or sports facilities than shopping center for people to spend their free time. ਇਹਦਾ ਮਤਲਬ ਹੈ ਕਿ ਜਿਹੜੇ ਕਹਿੰਦੇ ਨਵੇਂ ਟਾਊਨਸ ਬਣਦੇ ਆ, ਪਲੈਨਿੰਗ ਕੀਤੀ ਜਾਂਦੀ ਹੈ ਨਵੇਂ ਟਾਊਨਸ ਬਣਾਉਣ ਦੀ, ਨਵੇਂ ਸ਼ਹਿਰ ਬਣਾਉਣ ਦੀ, ਤੇ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਦੇ ਵਿੱਚ ਪਾਰਕਸ ਵੀ ਬਣਾਈਏ, ਕੁਝ ਸਪੋਰਟਸ ਫੈਸਿਲਿਟੀਜ਼ ਵਾਲੇ ਮਤਲਬ ਸਪੋਰਟਸ ਸੈਂਟਰਸ ਬਣਾਈਏ ਜਾਂ ਜਿਮਸ ਵਗੈਰਾ ਬਣਾਈਏ। ਉਹ ਜ਼ਰੂਰੀ ਹੁੰਦਾ ਦੈਨ ਉਹਦੇ ਨਾਲੋਂ ਸ਼ਾਪਿੰਗ ਸੈਂਟਰ ਮਤਲਬ ਸ਼ਾਪਿੰਗ ਸੈਂਟਰਸ ਦੇ ਨਾਲੋਂ ਜਿੱਥੇ ਲੋਕੀ ਜ਼ਿਆਦਾ ਟਾਈਮ ਸਪੈਂਡ ਕਰਨਾ ਪਸੰਦ ਕਰਦੇ ਆ। ਤੁਹਾਨੂੰ ਕੀ ਲੱਗਦਾ ਹੈ ਇਹ ਆਈਡੀਆ ਦੇ ਵਿੱਚ? ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ? ਤੁਸੀਂ ਪਾਰਸ਼ਲੀ ਵੀ ਜਾ ਸਕਦੇ ਸੀ ਬਿਕੋਜ਼ ਦਿਸ ਇਜ਼ ਅ ਐਕਸਟੈਂਟ ਕੁਐਸਚਨ, ਔਰ ਯੂ ਹੈਵ ਅ ਚੋਇਸ ਆਫ ਗੋਇੰਗ to 100% agree or 100% disagree. Completely agree or completely disagree ਵੀ ਕਰ ਸਕਦੇ ਸੀ। It was all about the points you are framing on that particular day. Okay, so before starting a essay particularly ਤੁਹਾਨੂੰ brainstorm ਜ਼ਰੂਰ ਕਰਨਾ ਚਾਹੀਦਾ ਹੈ। As I always suggest you to think the points which you are going to write in the essay. ਇਹਦੇ ਨਾਲ ਕੀ ਹੋਏਗਾ ਕਿ ਤੁਸੀਂ ਇੱਕ essay ਦਾ proper structure follow ਕਰ ਸਕਦੇ ਹੋ। ਔਰ ਜੇਕਰ ਤੁਸੀਂ structure ਦੀ ਵੀਡੀਓ ਸੁਣਨੀ ਹੈ ਤੇ ਉਹ ਵੀ ਮੈਂ ਬੜੀ ਪ੍ਰੋਪਰਲੀ ਇੱਕ ਸੈਂਟੈਂਸ ਤੁਹਾਨੂੰ ਸਮਝਾਇਆ ਹੈ ਕਿ ਇੱਕ ਸੈਂਟੈਂਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਲਿਖਣਾ ਹੁੰਦਾ ਹੈ, ਕਿੱਥੇ ਕੀ ਲਿਖਣਾ ਹੈ। ਉਸ ਦੀ ਵੀ ਵੀਡੀਓ ਮੇਰੇ ਚੈਨਲ ਤੇ ਆਲਰੇਡੀ ਅਪਲੋਡਡ ਹੈ। ਮੈਂ ਇਸ ਦੇ ਵਿੱਚ ਉਹ ਵੀਡੀਓ ਦਾ ਲਿੰਕ ਵੀ ਪਾ ਦਾਂਗੀ ਐਂਡ ਯੂ ਕੈਨ ਗੋ ਬੈਕ ਟੂ that particular video and listen the structure, understand the structure thoroughly. So ਚਲੋ ਹੁਣ ਅਸੀਂ ਐਸੇ ਦੀ ਗੱਲ ਕਰੀਏ ਤੇ ਜੇਕਰ ਅਸੀਂ ਐਗਰੀ ਵਿੱਚ ਜਾਂਦੇ ਤੇ ਅਸੀਂ ਪਹਿਲਾ ਪੁਆਇੰਟ ਆਫ ਕੋਰਸ ਲਿਖ ਸਕਦੇ ਹਾਂ to do workout. If there are public parks or sports facilities in a particular town, ਲੋਕੀ ਉੱਥੇ ਆਪਣਾ ਟਾਈਮ ਸਪੈਂਡ ਕਰ ਸਕਦੇ ਆ। elder people can go for walk or go for yoga or meditation, ਔਰ ਜੋ ਦੂਸਰੇ ਬੱਚੇ kids ਹੈ ਜਾਂ adults ਹੈ ਉਹ physically active ਰਹਿਣ ਦੀਆਂ ਮਤਲਬ different activities ਕਰ ਸਕਦੇ ਆ। ਆਪਣੀ sedentary ਲਾਈਫਸਟਾਈਲ ਤੋਂ ਆਫ ਕੋਰਸ ਥੋੜਾ ਚੇਂਜ ਹੋ ਜਾਂਦਾ ਹੈ ਬਿਕੋਜ਼ ਵੀਕਐਂਡਸ ਤੇ ਦੇ ਵਿਲ ਹੈਵ ਅ ਪਲੇਸ ਟੂ ਗੋ ਔਰ ਦੇ ਕੈਨ ਪਲਾਨ ਵਿਦ ਇਨ ਅ ਡੇ ਆਲਸੋ। ਮੋਨੋਟੋਨਸ ਐਕਟਿਵ ਵਰਕ, ਮੋਨੋਟੋਨਸ ਦਾ ਮਤਲਬ ਹੁੰਦਾ ਲਗਾਤਾਰ ਜੋ ਸੇਮ ਅਸੀਂ ਰੋਜ਼ ਸੇਮ ਟੂ ਸੇਮ ਇੱਕ ਚੀਜ਼ ਕਰਦੇ ਰਹੀਦਾ, ਉਹ ਮੋਨੋਟੋਨਸ ਚੀਜ਼ ਹੋ ਜਾਂਦੀ ਹੈ। ਠੀਕ ਹੈ, ਉਹ ਚੀਜ਼ ਤੋਂ ਅਸੀਂ ਫ੍ਰੀ ਹੋ ਸਕਦੇ ਹਾਂ ਆਪਣੇ ਡੇਲੀ ਬੇਸਿਸ ਤੇ। Of course, और दूसरा पॉइंट हो सकता है enhance the ambience of the locality. Definitely, if you have good number of parks in your locality or in your town, ਤੁਸੀਂ ਜਿਵੇਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੀ ਐਗਜ਼ਾਮਪਲ ਦੇ ਦਿਓ, ਉੱਥੇ ਹਰ ਮਤਲਬ ਲੋਕੈਲਿਟੀ ਤੋਂ ਬਾਅਦ ਇੱਕ ਪਾਰਕ ਹੈ, ਹਰ ਇੱਕ ਦੇ ਵਿੱਚ ਉਹ ਇੱਕ ਵਧੀਆ ਲੱਗਦਾ ਹੈ ਨਾ, ਹਰਾ ਭਰਾ ਗ੍ਰੀਨਰੀ ਜਿਹੜੇ ਤੁਹਾਡੇ ਆਸੇ ਪਾਸੇ ਹੁੰਦੀ ਹੈ, ਇਨਵਾਇਰਮੈਂਟ ਵੀ ਬੜਾ ਪੋਜ਼ਿਟਿਵ ਲੱਗਦਾ ਹੈ, ਰਾਈਟ। ਔਰ ਨੈਚੁਰਲੀ ਵੀ ਤੁਸੀਂ ਮਤਲਬ ਵਧੀਆ ਫਰੈਸ਼ ਏਅਰ ਯੂ ਫੀਲ ਐਵਰੀਥਿੰਗ, ਸੋ ਯੂ ਬਿਕਮ ਮਤਲਬ ਯੂ ਬੀ ਪੋਜ਼ਿਟਿਵ ਓਵਰ ਦੈਟ ਟਾਈਮ। ਉਹ ਪਲੇਸ ਜਿਹੜੀ ਆ ਉਹ 'ਚ ਰਹਿਣ ਦਾ ਵੀ ਦਿਲ ਕਰਦਾ। ਸੋ ਐਂਬੀਐਂਸ ਇਜ਼ ਵਟ where you are living, ਉਹਨਾਂ ਦਾ ਆਲਾ ਦੁਆਲਾ, how you feel about that, ਠੀਕ ਹੈ, feeling of that particular area, ਉਹ ਵੀ enhance ਹੁੰਦੀ ਹੈ। ਠੀਕ ਹੈ, ਔਰ ਉਹ ਇੱਕ ਪਾਰਕਸ ਵਗੈਰਾ ਇਹੋ ਜਿਹੀਆਂ ਜਗ੍ਹਾ ਜਿੱਥੇ elder people ਆਪਣੇ ਫਰੈਂਡਸ ਵਗੈਰਾ ਨੂੰ ਸ਼ਾਮ ਨੂੰ ਜਾਂ ਸਵੇਰੇ ਮਿਲਦੇ ਨੇ। ਲੋਕੀ ਜਿਹੜੇ ਛੋਟੇ ਬੱਚੇ ਜਿਹੜੇ ਆ that is a playground for them so that ਉਹ ਉੱਥੇ ਖੇਡ ਸਕਣ, ਆਪਣੀਆਂ leisure hours ਨੂੰ qualitatively ਉਹ ਯੂਜ਼ ਕਰ ਸਕਦੇ ਆ, any generation or any age group of people। ਠੀਕ ਹੈ, ਇਹ ਹੋ ਗਿਆ ਐਗਰੀ ਲਈ। ਐਗਜ਼ਾਮਪਲਸ ਤੁਸੀਂ ਇੱਥੇ ਬਹੁਤ ਦੇ ਸਕਦੇ ਹੋ, ਪਲੈਂਟੀ ਆਫ ਐਗਜ਼ਾਮਪਲਸ ਆਰ ਦੇਅਰ, ਯੂ ਕੈਨ ਫਰੇਮ ਐਨੀ ਔਰ ਯੂ ਕੈਨ ਯੂਜ਼ ਸਰਵੇ ਆਈਡੀਆ ਆਲਸੋ। ਜੇ ਅਸੀਂ ਡਿਸਐਗਰੀ ਵੱਲ ਜਾਈਏ ਤੇ ਆਫਕੋਰਸ ਥੋੜਾ ਜਿਹਾ ਇਹ ਹੈ ਕਿ ਸ਼ਾਪਿੰਗ ਸੈਂਟਰਸ 'ਚ ਇੱਕ ਮਤਲਬ ਆਪਸ਼ਨ ਆ ਜਾਂਦੀ ਹੈ। ਜਿਹੜੇ ਅੱਜ ਕੱਲ੍ਹ ਜੋ ਜਨਰੇਸ਼ਨ ਹੈ ਦੇ ਲਾਈਕ ਟੂ ਸਪੈਂਡ ਟਾਈਮ ਵਾਈਲ ਸ਼ਾਪਿੰਗ, ਰਾਈਟ, ਔਰ ਉਹ ਵੀ ਮਾਲਸ ਵਗੈਰਾ ਦੇ ਵਿੱਚ, ਰਾਈਟ। ਸੋ ਜੇਕਰ ਤੁਹਾਡੇ ਟਾਊਨ ਦੇ ਵਿੱਚ ਨੀਅਰ ਬਾਈ ਇੱਕ ਸ਼ਾਪਿੰਗ ਮਾਲ ਹੋਏਗਾ ਜਾਂ ਸ਼ਾਪਿੰਗ ਸੈਂਟਰਸ ਹੋਣਗੇ, ਤੁਸੀਂ ਆਪਣੇ ਵੀਕਐਂਡ ਨੂੰ ਕੁਆਲੀਟੇਟਿਵਲੀ ਯੂਜ਼ ਕਰ ਸਕਦੇ ਹੋ, ਹੈ ਨਾ, ਰਦਰ ਦੈਨ ਗੋਇੰਗ ਫॉर ਲੌਂਗ ਡਿਸਟੈਂਸ ਔਰ ਫॉर ਅਨਦਰ ਟਾਊਨ ਟੂ ਸ਼ਾਪ ਔਰ ਪਰਟੀਕੁਲਰਲੀ ਬਿਗ ਸਿਟੀਜ਼। ਤੁਸੀਂ ਆਪਣੇ ਟਾਊਨ 'ਚ ਹੀ ਵਧੀਆ ਆਪਸ਼ਨਸ ਨੂੰ ਐਕਸਪਲੋਰ ਕਰ ਸਕਦੇ ਹੋ। ਸੋ ਦੈਟ ਕੈਨ ਆਲਸੋ ਬੀ ਵਨ ਆਫ ਦੀ positive
ਪੋਜ਼ਿਟਿਵ ਸਾਈਡ ਫॉर ਡਿਸਐਗਰੀਮੈਂਟ। ਔਨ ਦੀ ਅਦਰ ਹੈਂਡ ਜੇਕਰ ਕਿਤੇ ਇੱਕ ਪਾਰਟਿਕੂਲਰ ਸ਼ਾਪਿੰਗ ਸੈਂਟਰ ਬਣਦਾ ਜਾਂ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਹੈ ਤੇ ਇਹ ਪਾਰਟਿਕੂਲਰਲੀ ਓਵਰਆਲ ਅਸੀਂ ਉਹ ਏਰੀਆ ਨੂੰ ਡਿਵੈਲਪ ਏਰੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਟ ਇਜ਼ ਕਾਊਂਟਡ ਐਜ਼ ਦ ਡਿਵੈਲਪਮੈਂਟ ਆਫ ਦੈਟ ਪਾਰਟਿਕੂਲਰ ਟਾਊਨ। ਔਰ ਜੌਬ ਆਪਸ਼ਨਸ ਵੀ ਵੱਧ ਜਾਂਦੀਆਂ ਬਿਕੋਜ਼ ਇੱਕ ਪਾਰਟਿਕੂਲਰ ਸੈਂਟਰ 'ਚ ਤੁਹਾਨੂੰ ਵੀ ਪਤਾ ਕਿੰਨੇ ਸ਼ੋਰੂਮਸ ਹੁੰਦੇ ਆ, ਕਿੰਨੀਆਂ ਜੋ ਆਸੇ-ਪਾਸੇ ਵਾਲੀ ਵੈਸਿਨਿਟੀ 'ਚ ਜੋ ਲੋਕ ਰਹਿ ਰਹੇ ਨੇ ਉਹਨਾਂ ਨੂੰ ਵੀ ਕੁਛ ਨਾ ਕੁਛ ਜੌਬ ਓਪਰਚੁਨਿਟੀਜ਼ ਮਿਲਦੀਆਂ, ਕਰੀਅਰ ਇਨਹਾਂਸਮੈਂਟ ਹੁੰਦੀ ਹੈ ਲੋਕਾਂ ਦੀ। ਤਾਂ ਇਸ ਤਰੀਕੇ ਦੇ ਨਾਲ ਬਿਫੋਰ ਰਾਈਟਿੰਗ ਦਿਸ ਪਾਰਟਿਕੂਲਰ ਐਸੇ ਯੂ ਕੈਨ ਬ੍ਰੇਨਸਟॉर्म ਇਸ ਤਰ੍ਹਾਂ ਕੀਵਰਡਸ ਕੱਢ ਲਈਦੇ ਆ ਔਰ ਫਿਰ ਆਪਣਾ ਆਨਸਰ ਸਟਾਰਟ ਕਰੀਦਾ। ਐਸੇ ਦਾ ਥੀਮ ਕੀ ਸੀ? ਐਸੇ ਦਾ ਥੀਮਸ ਆਫ ਕੋਰਸ ਟਾਊਨ ਸੀ ਔਰ ਟਾਊਨ ਸੈਟਲਮੈਂਟ ਸੀ ਐਕਚੁਅਲੀ, ਕਿ ਅੱਜ ਕੱਲ੍ਹ ਲੋਕੀ ਕਿਵੇਂ ਰਹਿਣਾ ਚਾਹੁੰਦੇ, ਕਿਸ ਤਰ੍ਹਾਂ ਦੇ ਏਰੀਆ ਦੇ ਵਿੱਚ ਉਹ ਬਿਗਰ ਸੀ। ਠੀਕ ਹੈ, ਟਾਊਨ ਸੈਟਲਮੈਂਟ ਸੀ। ਤੁਸੀਂ ਕਿਸੇ ਹਿਸਾਬ ਦੇ ਨਾਲ ਵੀ ਲਿਖ ਸਕਦੇ ਸੀ, ਡਿਵੈਲਪਡ ਔਰ ਅੰਡਰ ਡਿਵੈਲਪਡ ਪਾਰਟਿਕੂਲਰ ਪੁਆਇੰਟ ਆਫ ਵਿਊ ਤੋਂ ਵੀ ਤੁਸੀਂ ਇੰਜ ਲਿਖ ਸਕਦੇ ਸੀ। ਤੁਹਾਨੂੰ ਟਾਊਨ ਨੂੰ ਹੋਰ ਕੀ ਕਹਿੰਦੇ ਆ ਸਿਨੋਨਿਮਸ ਪਤਾ ਹੋਣੇ ਚਾਹੀਦੇ ਸੀ। ਥੋੜੇ ਜਿਹੇ ਸਿਨੋਨਿਮਸ ਯੂਜ਼ ਕਰ ਲੈਂਦੇ ਤੇ ਯੂ ਕੈਨ ਐਡ ਅ ਪਾਰਟਿਕੂਲਰ ਗੁੱਡ vocab range ਦਿਖਾ ਸਕਦੇ ਸੀ ਤੁਸੀਂ ਆਪਣੇ ਆਨਸਰ ਦੇ ਵਿੱਚ, right? So these are the 4 points which you can write if you are going partially or if you are going agreeing or disagreeing to one side। ਤੁਸੀਂ ਇਹੀ points ਨੂੰ enhance ਕਰ ਸਕਦੇ ਸੀ with particular good number of examples। ਓਕੇ ਫਰੈਂਡਸ, ਸੋ ਜੇ ਤੁਹਾਨੂੰ ਇਹ ਪੁਆਇੰਟ ਸਮਝ ਆਏ ਨੇ ਵੈਲ ਐਂਡ ਗੁੱਡ। ਜੇ ਤੁਹਾਨੂੰ ਕੋਈ ਡਾਊਟ ਹੈ ਯੂ ਕੈਨ ਆਸਕ ਇਨ ਦੀ ਕਮੈਂਟ ਸੈਕਸ਼ਨ ਔਰ ਤੁਸੀਂ ਇਹ ਪਾਰਟਿਕੂਲਰ ਪੂਰਾ ਐਸੇ ਫਰੇਮ ਕਰਕੇ ਮੈਨੂੰ ਮੇਰੇ ਮੇਲ ਤੇ ਪਾ ਸਕਦੇ ਹੋ। ਆਈ ਵਿਲ ਡੈਫੀਨੇਟਲੀ ਚੈੱਕ ਐਂਡ ਗਿਵ ਯੂ ਦ ਫੀਡਬੈਕ ਜੋ ਵੀ ਤੁਹਾਡੀਆਂ ਮਿਸਟੇਕਸ ਹੋਣੀਆਂ ਜਾਂ ਜੋ ਫਰਦਰ ਇਨਹਾਂਸਮੈਂਟਸ ਯੂ ਨੀਡ। ਸੋ ਯਾ ਨਾਓ ਇਨ ਦ ਈਵਨਿੰਗ ਆਈ ਵਿਲ ਕਮ ਅਪ ਵਿਦ ਦ ਈਵਨਿੰਗ ਸਲੋਟ ਜੋ 30th of October ਨੂੰ ਆਇਆ ਸੀ। ਆਈ ਵਿਲ ਡਿਸਕਸ ਦੈਟ ਐਸੇ also. So stay tuned to this channel and thank you very much for listening to this video. Thank you.